चंगा रुख वढाए रबाब कढ़ाया, छेली होए कुहाए मास वंडाया। वाहिगुरु जी का खालसा वाहिगुरु जी की फतेह। चंगा रुख वढाए रबाब कढ़ाया। भाई गुरदास जी ਆਪਾਂ ਨੂੰ रबाब ਦਾ दृष्टांत ਦਿੰਦੇ ਹਨ ਵੀ रबाब ਜਿਹੜੀ ਹੈ ਕਿਸ ਤਰ੍ਹਾਂ ਬਣਦੀ ਹੈ। रबाब ਕਿਹੜੀਆਂ ਚੀਜ਼ਾਂ ਨਾਲ ਬਣ ਕੇ ਫਿਰ ਉਸਦੇ ਵਿੱਚੋਂ ਰਾਗ ਉਤਪੰਨ ਹੁੰਦੇ ਨੇ, ਉਹਦੇ ਵਿੱਚੋਂ ਲੋਕ ਫਿਰ ਰਾਗ ਗਾਉਂਦੇ ਹਨ। ਤੇ ਇਹ ਇੰਸਟਰੂਮੈਂਟ ਜਿਹੜਾ ਰਬਾਬ ਹੈ ਇਹੀ ਉਹੀ ਇੰਸਟਰੂਮੈਂਟ ਹੈ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਦਿੱਤਾ ਸੀਗਾ ਤੇ ਜਿਹਨੂੰ ਲੈ ਕਰਕੇ ਭਾਈ ਮਰਦਾਨੇ ਨੇ ਸਾਰੀ ਉਮਰ ਕੀਰਤਨ ਕੀਤਾ। ਸੋ ਇਹ ਰਬਾਬ ਜਿਹੜਾ ਹੈ ਇਸ ਦਾ ਐਗਜ਼ਾਮਪਲ ਦਿੰਦਿਆਂ ਹੋਇਆਂ ਭਾਈ ਗੁਰਦਾਸ ਜੀ ਨੇ ਆਪਾਂ ਨੂੰ ਇਹ ਸਮਝਾਇਆ ਵੀ ਆਪਣੇ ਆਪ ਨੂੰ ਗਵਾਉਣਾ ਹੈ, ਗਵਾ ਕੇ ਹੀ ਉਸ ਪਰਮੇਸ਼ਰ ਦੇ ਸ਼ਬਦ ਨੂੰ ਗਾਇਆ ਜਾਂਦਾ ਹੈ, ਤਾਂ ਹੀ ਫਿਰ ਇਹ ਇਨਸਾਨ ਸੋਭਾ ਪਾਉਂਦਾ ਹੈ। ਤੇ ਇਸ ਨੂੰ ਸਮਝਾਉਂਦਿਆਂ ਹੋਇਆਂ ਭਾਈ ਗੁਰਦਾਸ ਜੀ ਕਹਿੰਦੇ ਹਨ ਚੰਗਾ ਰੁੱਖ ਵਢਾਏ। ਸਭ ਤੋਂ ਪਹਿਲਾਂ ਰਬਾਬ ਦਾ ਜਿਹੜਾ ਬੇਸ ਹੁੰਦਾ ਹੈ, ਉਸਦਾ ਜਿਹੜਾ ਫਰੇਮ ਹੁੰਦਾ ਹੈ ਉਹ ਲੱਕੜ ਦਾ ਬਣਦਾ ਹੈ। ਤੇ ਇਹ ਲੱਕੜ ਕਿੱਥੋਂ ਬਣਦੀ ਹੈ? ਕਹਿੰਦੇ ਇੱਕ ਵੱਡਾ ਦਰਖਤ ਆਪਣੇ ਆਪ ਨੂੰ ਵਢਾਉਂਦਾ ਹੈ। ਉਹ ਦਰਖਤ ਨੂੰ ਵਢਾ ਕੇ ਜਿਹੜਾ ਵੱਡਾ ਦਰਖਤ ਹੈ ਉਸਨੇ ਆਪਣੇ ਆਪ ਨੂੰ ਵਢਾਇਆ ਤਾਂ ਉਹਦੇ ਵਿੱਚੋਂ ਇਹ ਲੱਕੜ ਆਈ ਤੇ ਉਹ ਲੱਕੜ ਨੇ ਫਿਰ ਉਹ ਜਿਹੜਾ ਹੈ ਬੇਸ ਫਰੇਮ ਬਣਿਆ ਉਹ ਰਬਾਬ ਦਾ ਰਬਾਬ ਕਢਾਇਆ। ਤੇ ਉਸ ਲੱਕੜ ਨੂੰ ਘੜਿਆ ਜਾਂਦਾ ਹੈ ਕਿਉਂਕਿ ਜਿਹੜਾ ਰਬਾਬ ਬਣਦੀ ਹੈ ਇਹ ਇੱਕ ਲੱਕੜ ਦੀ ਪੀਸ ਹੁੰਦੀ ਹੈ, ਇਸ ਨੂੰ ਕਾਫ ਕੀਤਾ ਜਾਂਦਾ ਹੈ, ਇਹ ਜੋੜਿਆ ਨਹੀਂ ਜਾਂਦਾ, ਇਹਦੇ ਵਿੱਚ ਜੋੜ ਨਹੀਂ ਕੋਈ ਲੱਕੜ ਫਰੇਮ ਦਾ ਹੁੰਦਾ, ਇੱਕ ਪੂਰੀ ਪੀਸ ਹੁੰਦੀ ਹੈ ਜਿਹਦੇ ਵਿੱਚੋਂ ਉਹ ਲੱਕੜ ਨੂੰ ਘੜ ਕੇ ਰਬਾਬ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਗੁਰੂ ਪਾਤਸ਼ਾਹ ਜੀ ਦੀ ਸੰਗਤ ਵਿੱਚ ਆ ਕੇ ਆਪਾਂ ਜਿਹੜੇ ਹਾਂ ਇੱਕ ਬ੍ਰਿਛ ਦੀ ਜਿਵੇਂ ਬ੍ਰਿਛ ਜਿਹੜਾ ਉੱਚਾ ਹੁੰਦਾ ਹੈ ਵੱਡਾ ਹੁੰਦਾ, ਆਪਣਾ ਹੰਕਾਰ ਵੀ ਐਸਾ ਹੀ ਹੈ। ਆਪਣੇ ਹੰਕਾਰ ਨੂੰ ਵਢਾ ਕੇ ਉਸ ਹੰਕਾਰ ਨੂੰ ਵੱਢ ਕੇ ਜਿਹੜਾ ਹੈ ਗੁਰੂ ਮਹਾਰਾਜ ਉਹ ਜਿਹੜੇ ਹਨ ਆਪ ਉਸ ਜਿਹੜੇ ਹਨ ਜਿਹੜਾ ਹਨ ਉਹ ਟਿੰਬਰ ਦਾ ਕੰਮ ਕਰਨ ਵਾਲੇ ਕਾਰਪੈਂਟਰ ਬਣ ਕੇ ਮਹਾਰਾਜ ਫਿਰ ਆਪਣੇ ਮਨਾਂ ਨੂੰ ਜਿਹੜਾ ਹੈ ਉਹ ਰਬਾਬ ਦੀ ਤਰ੍ਹਾਂ ਕਾਫ ਕਰਦੇ ਹਨ। ਆਪਣੇ ਜਿਹੜਾ ਹਨ ਆਪਣੇ ਸਰੀਰ ਦੇ ਵਿੱਚੋਂ ਉਹ ਜਿਹੜੀ ਹਨ ਚੰਗਿਆਈਆਂ ਨੂੰ ਕੱਢਦੇ ਹਨ ਜਿਹਦੇ ਕਰਕੇ ਆਪਣਾ ਜੀਵਨ ਜਿਹੜਾ ਹੈ ਉਸ ਪਰਮੇਸ਼ਰ ਦੀ ਭਗਤੀ ਵਾਸਤੇ ਤਿਆਰ ਕਰਦੇ ਹਨ। ਛੇਲੀ ਹੋਏ ਕੁਹਾਏ। ਹੁਣ ਦੂਸਰੀ ਚੀਜ਼ ਜਿਹੜੀ ਰਬਾਬ ਨੂੰ ਜ਼ਰੂਰੀ ਹੈ ਉਹਦੀਆਂ ਤਾਰਾਂ ਜਿਹੜੀਆਂ ਹੁੰਦੀਆਂ ਨੇ, ਸਟ੍ਰਿੰਗਸ ਜਿਹੜੀਆਂ ਹੁੰਦੀਆਂ ਨੇ, ਉਹ ਸਟ੍ਰਿੰਗਸ ਨੂੰ ਬਣਾਉਣ ਵਾਸਤੇ ਕੀ ਹੁੰਦਾ ਹੈ ਇੱਕ ਬੱਕਰੀ ਜਿਹੜੀ ਨਿਮਾਣੀ ਜੀ ਹੁੰਦੀ ਹੈ, ਨਿਮਾਣੀ ਜੀ ਬੱਕਰੀ ਜਿਹੜੀ ਹੁੰਦੀ ਹੈ ਉਹਨੂੰ ਵੱਢ ਕੇ ਉਹਦੀਆਂ ਜਿਹੜੀਆਂ ਆਂਦਰਾਂ ਕੱਢ ਕਰਕੇ ਉਸਦੀਆਂ ਜਿਹੜੀਆਂ ਹਨ ਉਸਦੇ ਸਰੀਰ ਦੇ ਵਿੱਚੋਂ ਆਂਦਰਾਂ ਦੇ ਨਾਲ ਉਸਦੀਆਂ ਤਾਰਾਂ ਸਟ੍ਰਿੰਗ ਬਣਦੀਆਂ ਹਨ ਰਬਾਬ ਵਾਸਤੇ। ਮਾਸ ਵੰਡਾਇਆ। ਦੇਖੋ ਉਹਨੇ ਆਪਣਾ ਮਾਸ ਵਢਾਇਆ, ਉਹਨੇ ਆਪਣਾ ਮਾਸ ਆਪਣੇ ਸਰੀਰ ਨੂੰ ਕੁਰਬਾਨ ਕੀਤਾ ਉਸ ਰਬਾਬ ਦੀਆਂ ਸਟ੍ਰਿੰਗ ਬਣਨ ਵਾਸਤੇ, ਉਹਦੀਆਂ ਅੰਦਰਾਂ ਵਿੱਚੋਂ ਉਹ ਸਟ੍ਰਿੰਗ ਨਿਕਲਦੇ ਹਨ। ਇਸੇ ਤਰ੍ਹਾਂ ਹੀ ਜਿਹੜਾ ਹੈ ਅਗਰ ਜੇ ਆਪਾਂ ਆਪਣੇ ਸਰੀਰ ਦੇ ਵਿੱਚ ਭਾਵੇਂ ਨਿਮਰਤਾ ਵੀ ਆ ਜਾਵੇ ਪਰ ਨਿਮਰਤਾ ਤਾਂ ਹੀ ਕੰਮ ਆਏਗੀ ਜੇ ਉਹ ਗੁਰੂ ਤੋਂ ਕੁਰਬਾਨ ਹੋਵੇਗੀ। ਜੇ ਨਿਮਰਤਾ ਸਿਰਫ ਨਿਮਰਤਾ ਹੀ ਰਹਿ ਜਾਏਗੀ, ਗੁਰੂ ਤੋਂ ਕੁਰਬਾਨ ਨਹੀਂ ਆਪਾਂ ਹੋਵਾਂਗੇ ਤਾਂ ਫਿਰ ਇਹ ਗੱਲ ਵੀ ਨਹੀਂ ਬਣਨੀ। ਦੇਖੋ ਭਾਈ ਤਾਰੂ ਸਿੰਘ ਜੀ ਉਹਨਾਂ ਦਾ ਜੀਵਨ ਜਿਹੜਾ ਹੈ ਨਿਮਰਤਾ ਦਾ ਪੁੰਜ ਸੀਗੇ, ਬੜੇ ਨਿਮਰਤਾ ਵਾਲੇ ਸਨ, ਬੜੇ ਜਿਹੜੇ ਹਨ ਛੋਟੀ ਉਮਰ ਦੇ ਵਿੱਚ ਹਜੇ 20-21 ਸਾਲ ਦੀ ਉਹਨਾਂ ਦੀ ਉਮਰ ਹੈ, ਇਤਿਹਾਸਕਾਰਾਂ ਨੇ ਦੱਸੀ ਕਿੱਡੀ ਛੋਟੀ ਉਮਰ ਸੀਗੀ ਤੇ ਸਾਰਿਆਂ ਦਾ ਭਲਾ ਕਰਦੇ ਹੁੰਦੇ ਸਨ, ਗੁਰਸਿੱਖਾਂ ਨੂੰ ਜੰਗਲਾਂ ਵਿੱਚ ਜਾ ਕੇ ਲੰਗਰ ਦਿਆ ਕਰਦੇ ਸਨ। ਪਰ ਜਦੋਂ ਉਹਨਾਂ ਨੇ ਪਕੜ ਲਿਆ ਹਾਂਜੀ ਆਕਿਲ ਖਾਨ ਜਿਹੜਾ ਹੋਇਆ ਉਹਨੇ ਜਿਹੜਾ ਹਨ ਚੁਗਲੀ ਕਰਕੇ ਉਹਨਾਂ ਨੂੰ ਫੜਾ ਦਿੱਤਾ। ਭਾਈ ਤਾਰੂ ਸਿੰਘ ਜੀ ਜਿਹੜਾ ਹਨ ਜਖਰਿਆ ਖਾਨ ਦੇ ਕੋਲ ਜਾਂਦਾ ਤੇ ਜਖਰਿਆ ਖਾਨ ਕਹਿੰਦਾ ਵੀ ਤੂੰ ਐਡਾ ਸੋਹਣਾ ਮੁੰਡਾ ਹੈ, ਮੈਂ ਤੂੰ ਕਹਿੰਦਾ ਤੂੰ ਮੁਸਲਮਾਨ ਬਣ ਜਾ, ਤੇਰਾ ਵਿਆਹ ਕਿਤੇ ਚੰਗੇ ਥਾਂ ਕਰ ਦਾਂਗੇ। ਕਹਿੰਦੇ ਨਹੀਂ ਮੈਂ ਆਪਣੀ ਸਿੱਖੀ ਨਹੀਂ ਦੇਣੀ, ਭਾਵੇਂ ਕੁਝ ਵੀ ਦੇਣਾ ਪਵੇ। ਤੇ ਭਾਈ ਤਾਰੂ ਸਿੰਘ ਕਹਿੰਦਾ ਮੇਰੇ ਕੇਸ ਮੇਰੀ ਗੁਰੂ ਦੀ ਮੋਹਰ ਹੈ, ਮੈਂ ਇਹਨਾਂ ਨੂੰ ਨਹੀਂ ਕੁਝ ਕਰ ਸਕਦਾ ਕਿਉਂਕਿ ਜਕਰੀਆ ਖਾਨ ਕਹਿੰਦਾ ਥੋੜੇ ਜਿਹੇ ਕੇਸ ਹੀ ਕੱਟਣੇ ਆ ਤੇਰੇ ਤੇ 2 ਕਲਮਾਂ ਪੜ੍ਹਨੀਆਂ ਹਨ, ਤੂੰ ਮੁਸਲਮਾਨ ਬਣ ਜਾਏਗਾ, ਕੋਈ ਵੱਡੀ ਗੱਲ ਨਹੀਂ। ਕਹਿੰਦੇ ਨਹੀਂ ਮੇਰੇ ਕੇਸ ਨਹੀਂ ਮੈਂ ਕਿਤੇ ਵੀ ਕੱਟਣੇ। ਤੇ ਉਸ ਵੇਲੇ ਜਕਰੀਆ ਖਾਨ ਗੁੱਸੇ ਵਿੱਚ ਆਇਆ, ਕਹਿੰਦਾ ਦੇਖ ਫੇਰ ਤੂੰ ਦੱਸ ਤੂੰ ਮੈਨੂੰ ਕਿਵੇਂ ਹਟਾਉਣਾ ਹੈ,
ਤੂੰ ਹਟਾ ਕੇ ਦਿਖਾ, ਮੈਂ ਕਰਕੇ ਦਿਖਾऊं। ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਮੇਰੇ ਕੇਸ ਗੁਰੂ ਦੀ ਮੋਹਰ, ਇਹਨੂੰ ਗੁਰੂ ਹੀ ਰੱਖਿਆ ਕਰੇਗਾ, ਇਹਨਾਂ ਦੀ ਕੇਸ ਨਹੀਂ ਕੱਟੇ ਗਏ। ਤਾਂ ਫਿਰ ਜ਼ਕਰੀਆ ਖਾਨ ਕਹਿਣ ਲੱਗਾ ਵੀ ਦੇਖੋ ਵੀ ਕੀ ਕਰੀਏ। ਭਾਈ ਤਾਰੂ ਸਿੰਘ ਕਹਿੰਦਾ ਵੀ ਮੇਰੀ ਖੋਪੜਾ ਲਾ ਦਿਓ, ਪਰ ਮੇਰੇ ਕੇਸ ਤਾਂ ਅਲੱਗ ਕਰੋ। ਤਾਂ ਜਿਹੜਾ ਰੰਬੀਆਂ ਲੈ ਕੇ ਉਹ ਜਿਹੜੇ ਹਨ ਉਹਨਾਂ ਦਾ ਖੋਪਰਾ ਲਾਇਆ ਗਿਆ। ਦੇਖੋ ਖੋਪਰਾ ਲਾਇਆ ਗਿਆ ਤੇ ਉਹਨਾਂ ਨੂੰ ਜਿਹੜਾ ਹੈ ਐਸਾ ਜਿਹੜਾ ਹਨ ਸਾਰਾ ਸਰੀਰ ਉਹਨਾਂ ਦਾ ਲਹੂ ਲਹਾਨ ਹੋ ਗਿਆ ਤੇ ਉਹਨਾਂ ਨੂੰ ਜਿਹੜਾ ਹੈ ਇੱਕ ਖੂਹ ਵਿੱਚ ਸੱਟਿਆ ਗਿਆ, ਜਿੱਥੇ 20-22 ਦਿਨ ਬਹਿ ਕੇ ਭਾਈ ਤਾਰੂ ਸਿੰਘ ਨੇ ਜਪਜੀ ਸਾਹਿਬ ਦਾ ਜਿਹੜਾ ਹੈ ਭਗਤੀ ਕੀਤੀ। ਉਹਨਾਂ ਨੇ ਉਹ ਜਿਹੜਾ ਨਾਮ ਜਪਿਆ ਤੇ ਫਿਰ ਜਿਹੜਾ ਹਨ ਜ਼ਕਰੀਆ ਖਾਨ ਦਾ ਜਿਹੜਾ ਪਿਸ਼ਾਬ ਰੁਕਦਾ ਹੈ ਤੇ ਉਹਨੂੰ ਫਿਰ ਜਿਹੜਾ ਹਨ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਉਹਦੇ ਸਿਰ 'ਚ ਮਾਰੀ ਜਾਂਦੀ ਹੈ ਤੇ ਤਾਂ ਉਹਦਾ ਪਿਸ਼ਾਬ ਛੁੱਟਦਾ ਹੈ। ਪਰ ਉਹੀ ਜੁੱਤੀ ਦੇ ਮਾਰਨ ਕਰਕੇ ਉਸਦੀ ਮੌਤ ਹੁੰਦੀ ਹੈ ਜ਼ਕਰੀਆ ਖਾਨ ਦੀ, ਕਿਉਂ ਫਿਰ ਉਹ ਪਹਿਲਾਂ ਮਰ ਜਾਂਦਾ ਹੈ, ਭਾਈ ਤਾਰੂ ਸਿੰਘ ਸ਼ਹੀਦੀ ਬਾਅਦ ਵਿੱਚ ਪਾਉਂਦਾ ਹੈ। ਦੇਖੋ ਹੁਣ ਭਾਈ ਤਾਰੂ ਸਿੰਘ ਦੇ ਵਿੱਚ ਨਿਮਰਤਾ ਕੋਈ ਘੱਟ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕੀਤਾ, ਆਪਣਾ ਜੀਵਨ ਉਹਨਾਂ ਨੇ ਵਾਰ ਦਿੱਤਾ। ਅੰਦਰੋਂ ਤਾਰ ਬਣਾਏ, ਦੇਖੋ ਉਹ ਬੱਕਰੀ ਦੇ ਅੰਦਰਾਂ ਤੋਂ ਜਿਹੜੀ ਹਨ ਤਾਰ ਸਟਰਿੰਗ ਬਣੀ ਹੈ, ਚੰਮ ਮੜਾਇਆ। ਫਿਰ ਦੇਖੋ ਬੱਕਰੀ ਦਾ ਜਿਹੜਾ ਹੈ ਚੰਮ ਲੈਦਰ ਬਣਾ ਕੇ ਉਹ ਲੈਦਰ ਉੱਤੇ ਲਾਈ ਜਾਂਦੀ ਹੈ ਰਬਾਬ ਦੇ, ਕਿਉਂਕਿ ਉਹਦੇ ਨਾਲ ਉਹ ਆਵਾਜ਼ ਉੱਠਦੀ ਹੈ। ਸੋ ਉਹ ਜਿਹੜਾ ਹੈ ਘੜਿਆ ਹੋਇਆ ਰਬਾਬ ਲੱਕੜ ਦਾ, ਉਹਦੇ ਉੱਤੇ ਚੰਮ ਉਹ ਲੈਦਰ ਜਿਹੜੀ ਹੈ ਉਸੇ ਹੀ ਬੱਕਰੀ ਦੀ ਲਾਈ ਜਾਂਦੀ ਹੈ ਤੇ ਉੱਤੇ ਉਸੇ ਦੀਆਂ ਅੰਦਰਾਂ ਦੀ ਸਟਰਿੰਗ ਬਣਾ ਕੇ ਜਿਹੜਾ ਲਾਈ ਜਾਂਦੀ ਹੈ। ਸਾਧ ਸੰਗਤ ਵਿੱਚ ਆਏ, ਦੇਖੋ ਸਾਧ ਸੰਗਤ ਵਿੱਚ ਆ ਕੇ ਦੇਖੋ ਉਹੀ ਰਬਾਬ ਫਿਰ ਸਾਧ ਸੰਗਤ ਵਿੱਚ ਪਹੁੰਚਦੀ ਹੈ। ਸੋ ਸਾਧ ਸੰਗਤ ਵਿੱਚ ਪਹੁੰਚ ਕਰਕੇ ਗੁਰਸਿੱਖ ਉਸ ਰਬਾਬ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਹਨ। ਨਾਦ ਵਜਾਇਆ, ਦੇਖੋ ਫਿਰ ਨਾਦ ਵੱਜਦਾ ਹੈ, ਨਾਦ ਵਜਾਇਆ ਜਾਂਦਾ ਹੈ, ਉਹਦੇ ਨਾਲ ਰਾਗ ਜਿਹੜੇ ਹਨ ਪੜ੍ਹੇ ਜਾਂਦੇ ਹਨ, ਉਸ ਦੀ ਜਿਹੜੇ ਹਨ ਇੰਸਟਰੂਮੈਂਟ ਦੇ ਨਾਲ ਰਾਗਾਂ ਨੂੰ ਜਿਹੜਾ ਹਨ ਰਾਗਾਂ ਨੂੰ ਜਿਹੜਾ ਹਨ ਰਾਗਾਂ ਦੇ ਰਾਹੀਂ ਸ਼ਬਦ ਨੂੰ ਪੜ੍ਹਿਆ ਜਾਂਦਾ ਹੈ। ਸੋ ਕੀ ਹੁੰਦਾ ਹੈ, ਸੁੰਦਰ ਇੱਕ ਧੁਨੀ ਬਣਦੀ ਹੈ ਜੋ ਅੱਲਾਹੀ ਧੁਨੀ ਹੁੰਦੀ ਹੈ, ਜੋ ਪਰਮੇਸ਼ਰ ਦੇ ਸ਼ਬਦਾਂ ਦੀ ਧੁਨੀ, ਜੋ ਸੱਚਮੁੱਚ ਕੀਰਤਨ ਰੂਪ ਹੋ ਕੇ ਜਿਹੜੇ ਹਨ ਆਪਣੇ ਸਵੈ ਸਰੂਪ ਦੀ ਪ੍ਰਾਪਤੀ ਵਾਸਤੇ ਜਿਹੜਾ ਕੰਮ ਆਉਂਦੀ ਹੈ। ਰਾਗ ਰੰਗ ਉਪਜਾਏ, ਦੇਖੋ ਫਿਰ ਜਿਹੜਾ ਹਨ ਰਾਗ, ਉਹ ਰਾਗ ਉਤਪਨ ਹੁੰਦੇ ਨੇ ਤੇ ਅੰਦਰ ਪ੍ਰੇਮਾ ਭਗਤੀ ਉਤਪਨ ਹੁੰਦੀ ਹੈ, ਰੰਗ ਪ੍ਰੇਮ ਦੇ ਆਨੰਦ ਦਾ ਰੰਗ ਉੱਤੋਂ ਜਿਹੜਾ ਥੱਲੋਂ ਪ੍ਰਗਟ ਹੁੰਦਾ ਹੈ, ਅੰਦਰੋਂ ਆਪਣੇ ਉਪਜਾਏ। ਦੇਖੋ ਸੰਗਤ ਵਿੱਚ ਬੈਠਿਆਂ ਜੋ ਕੀਰਤਨ ਗਾਇਆ ਜਾਂਦਾ ਹੈ ਸਾਰਿਆਂ ਦੇ ਮਨ ਵਿੱਚ ਆਨੰਦ ਆ ਜਾਂਦਾ ਹੈ। ਸ਼ਬਦ ਸੁਣਾਇਆ, ਇਹ ਸ਼ਬਦ ਨੂੰ ਸੁਣਾਇਆ ਹੈ। ਉਹ ਰਬਾਬ, ਉਸ ਰਬਾਬ ਦੇ ਕਾਰਨ, ਉਸ ਰਬਾਬ ਦੇ ਵਿੱਚੋਂ ਨਿਕਲੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਨੂੰ ਸੁਰ ਕਰਕੇ ਉਹ ਰਾਗ ਦੇ ਵਿੱਚ ਜਦੋਂ ਸ਼ਬਦ ਨੂੰ ਗਾਇਆ ਤਾਂ ਸਾਰਿਆਂ ਦੇ ਮਨਾਂ ਨੂੰ ਪਸੰਦ ਆਇਆ ਤੇ ਪਾਪੀ ਮਨ ਵੀ ਪਿੰਗਲ ਜਾਂਦੇ ਹਨ। ਸਤਿਗੁਰ ਪੁਰਖ ਧਿਆਏ, ਦੇਖੋ ਸਤਿਗੁਰੂ ਪੁਰਖ ਧਿਆਏ, ਫਿਰ ਇਹ ਸ਼ਬਦ ਨੂੰ ਪੜ੍ਹ ਕਰਕੇ ਅੰਦਰੋਂ ਚਾਅ ਉੱਠਦਾ ਹੈ, ਜਿਹਦੇ ਨਾਲ ਕੀਰਤਨ ਭਗਤੀ ਹੁੰਦੀ ਹੈ, ਜਿਹਦੇ ਕਰਕੇ ਜਿਹੜਾ ਸ਼ਬਦ ਪੁਰਖ ਧਿਆਇਆ ਗੁਰੂ ਨਾਨਕ ਦੇ ਸ਼ਬਦ ਨਾਲ ਉਸ ਪੁਰਖ ਪੂਰਖ ਜੋ ਜਿਹੜਾ ਸਾਰੀਆਂ ਪੂਰੀਆਂ ਨੂੰ ਰੱਖਣ ਵਾਲਾ, ਜਿਹੜਾ ਨਰਕਾਂ ਤੋਂ ਰੱਖਣ ਵਾਲਾ, ਉਹ ਪਰਮੇਸ਼ਰ ਨੂੰ ਧਿਆਇਆ ਜਾਂਦਾ ਹੈ। ਸਹਿਜ ਸਮਾਇਆ, ਫਿਰ ਸਹਿਜ ਉਹ ਗਿਆਨ ਦੇ ਵਿੱਚ ਸਮਾਇਆ ਜਾਂਦਾ ਹੈ। ਸੋ ਸਮਾਈ ਹੁੰਦੀ ਹੈ ਸਾਰੇ ਜੀਵਨ ਕਾਲ ਦੇ ਜਿਹੜੇ ਹੰਕਾਰ ਨੇ, ਇਸ ਜਨਮ ਦੇ ਨੂੰ ਸਫਲ ਕਰਕੇ ਉਸੇ ਸ਼ਬਦ ਸਰੂਪ ਦੇ ਵਿੱਚ ਸਮਾਇਆ ਜਾਂਦਾ ਹੈ। ਦੇਖੋ ਰਬਾਬ ਜਿਹੜਾ ਹਨ ਕੁਰਬਾਨੀ ਤੋਂ ਬਣਦੀ ਹੈ। ਪਹਿਲਾਂ ਤਾਂ ਉਸ ਦਰਖਤ ਨੇ ਕੁਰਬਾਨੀ ਕੀਤੀ, ਫਿਰ ਉਹ ਬੱਕਰੀ ਨੇ ਕੁਰਬਾਨੀ ਕੀਤੀ ਤੇ ਦੇਖੋ ਫਿਰ ਗੁਰਸਿੱਖਾਂ ਨੇ ਜਿਹੜਾ ਹਨ ਉਹਨਾਂ ਦੀ ਕੁਰਬਾਨੀ ਦਾ ਮੁੱਲ ਪਾਇਆ, ਉਹਦੇ ਨਾਲ ਪਰਮੇਸ਼ਰ ਦਾ ਸ਼ਬਦ ਗਾਇਆ ਤੇ ਫਿਰ ਅਨੇਕਾਂ ਬੇਅੰਤ ਹੀ ਲੋਕਾਂ ਦਾ ਉਧਾਰ ਕੀਤਾ ਸ਼ਬਦ ਪੜ੍ਹ ਕੇ, ਕੀਰਤਨ ਕਰਕੇ। ਦੇਖੋ ਗੁਰਸਿੱਖ ਜਿਹੜੇ ਹੁੰਦੇ ਨੇ ਉਹਨਾਂ ਦਾ ਪਰਉਪਕਾਰ ਬਹੁਤ ਵੱਡਾ ਹੈ, ਕਿਉਂਕਿ ਉਹ ਪਰਉਪਕਾਰੀ ਇਸ ਕਰਕੇ ਨੇ। ਦੇਖੋ ਦਰਖਤ ਨੇ ਹਮੇਸ਼ਾ ਰਹਿਣਾ ਨਹੀਂ ਸੀ, ਜੇ ਉਹਨੂੰ ਸਮੇਂ ਨਾਲ ਨਾ ਕੱਟਿਆ ਜਾਂਦਾ ਤਾਂ ਉਹਨੇ ਵੀ ਇੱਕ ਦਿਨ ਸੁੱਕ ਕੇ ਡਿੱਗ ਪੈਣਾ ਸੀ। ਬੱਕਰੀ ਜਿਹੜੀ ਹੈ ਉਹਨੇ ਵੀ ਵੱਡੀ ਹੋ ਕੇ ਇੱਕ ਦਿਨ ਮਰੇ ਜਾਣਾ ਸੀਗਾ, ਪਰ ਦੇਖੋ ਉਹਨਾਂ ਦਾ ਵੀ ਜੀਵਨ ਸਫਲਾ ਕਰ ਦਿੱਤਾ। ਉਹ ਰਬਾਬ ਬਣ ਕੇ ਸਦੀਵੀ ਕਾਲ ਵਾਸਤੇ ਫਿਰ ਵੱਜਦੀ ਹੈ। ਕਿੰਨੇ ਜਿਹੜੇ ਹਨ ਲੋਕਾਂ ਨੂੰ ਜਿਹੜਾ ਕੀਰਤਨ ਸੁਣਾ ਕੇ ਕਿੰਨਿਆਂ ਦਾ ਉਧਾਰ ਹੁੰਦਾ ਹੈ। ਇਸ ਪ੍ਰਕਾਰ ਕਰਕੇ ਜੀਵਨ ਸਫਲਾ ਹੁੰਦਾ ਹੈ। ਜਿਵੇਂ ਗੁਰਸਿੱਖਾਂ ਨੇ ਸ਼ਹੀਦੀਆਂ ਪਾਈਆਂ, ਸਰੀਰ ਤਾਂ ਖਤਮ ਹੋ ਜਾਂਦੇ ਨੇ, ਸਰੀਰਾਂ ਨੇ ਹਮੇਸ਼ਾ ਰਹਿਣਾ ਨਹੀਂ, ਪਰ ਇਹ ਜੀਵਨ ਨੂੰ ਜੇ ਗੁਰੂ ਦੇ ਲੇਖੇ ਲਾਇਆ ਜਾਵੇ
ਤਾਂ ਇਹ ਜੀਵਨ ਸਫਲ ਹੋ ਜਾਂਦੇ ਨੇ, ਕਿਉਂਕਿ ਜੀਵਨ ਦਾ ਖਾਤਮਾ ਹੋਣਾ ਹੀ ਹੈ। ਸਵਾਸ ngਨ ਘਾਲੇ ਸਭ ਦਿਵਸ ਸਾਸ, ਨੈ ਘਟਨ ਭਟਨ ਤਿਲਸਾਰ। ਇਹ ਸਵਾਸ ਤਾਂ ਮੁੱਕ ਜਾਣੇ ਨੇ, ਇਹ ਹਮੇਸ਼ਾ ਨਹੀਂ ਰਹਿਣੇ, ਪਰ ਇਹ ਜਿਹੜਾ ਇਹਨਾਂ ਨੂੰ ਜੇ ਸਫਲ ਕੀਤਾ ਜਾਵੇ ਤਾਂ ਹੀ ਤਾਂ ਇਹਦਾ ਮੁੱਲ ਪੈਂਦਾ ਹੈ। ਸੋ ਇਹ ਗੱਲ ਆਪਾਂ ਨੂੰ ਜਿਹੜਾ ਹਨ ਭਾਈ ਗੁਰਦਾਸ ਨੇ ਇੱਥੇ ਸਮਝਾਈ ਹੈ। ਰਾਗ ਰੰਗ ਉਪਜਾਏ ਸ਼ਬਦ ਸੁਣਾਇਆ, ਸਤਿਗੁਰ ਪੁਰਖ ਧਿਆਏ ਸਹਿਜ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ